ਐਮਏ ਕੀਤੀ ਆ। ਮੈਂ ਕਿਹਾ ਚਲੋ ਪੜ੍ਹ ਲਿਖ ਕੇ ਕੁਛ ਨਾ ਕੁਛ ਬਣ ਜਾਾਂਗੇ, ਕੁਛ ਨਾ ਕੁਛ ਆਉਣ ਵਾਲੀ ਪੀੜ੍ਹੀ ਲਈ ਮਤਲਬ ਬੱਚਿਆਂ ਲਈ ਜਾਂ ਕੁਛ ਨਾ ਕੁਛ ਭਵਿੱਖ ਬਣ ਜਾਊਗਾ। ਉਹਦੇ ਲਈ ਕੀ ਆ, ਸਰਕਾਰਾਂ ਦੇ ਮਤਲਬ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਰਕਾਰਾਂ ਕੁਛ ਨਹੀਂ ਕਰਦੀਆਂ। ਠੀਕ ਹੈ ਜੀ, ਮੇਰੇ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ PhD ਵਾਲੇ ਵੀ ਬੇਰੁਜ਼ਗਾਰ ਫਿਰਦੇ ਨੇ। ਅਤੇ ਮੈਨੂੰ ਤਾਂ ਕੀ ਆਸ ਆ, ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਉਹ ਤੋਂ ਬੜੀਆਂ ਉਮੀਦਾਂ ਆਸ ਲਾਈਆਂ, ਕਿਉਂਕਿ ਅਸੀਂ ਦਿਨ ਪਰ ਰਾਤ ਇੱਕ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਤਾਉਣ ਦੇ ਲਈ। ਠੀਕ ਹੈ, ਦਿਨ ਪਰ ਰਾਤ ਜਿਹੜੇ ਬੰਦੇ ਨਹੀਂ ਵੀ ਬੋਲਦੇ ਸੀ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਅੱਜ ਸਰਕਾਰ ਅਸੀਂ ਲੈ ਆਂਦੀ ਆ, ਬਿਹਾਰ, ਬੰਗਾਲ, ਯੂਪੀ, ਦਿੱਲੀ ਦੇ ਵਿੱਚੋਂ ਬੰਦੇ ਸਾਥ ਕਿ ਉਹਨਾਂ ਨੂੰ ਚੰਗੇ ਅਹੁਦੇ ਮਿਲ ਰਹੇ ਆ, ਚੰਗੀਆਂ ਪੋਸਟਾਂ ਮਿਲ ਰਹੀਆਂ, ਪੈਸਾ ਚੰਗਾ ਮਿਲ ਰਿਹਾ। ਹਾਲਾਂਕਿ ਪੰਜਾਬ ਦਾ ਕੁਛ ਨਹੀਂ ਹੋਊਗਾ। ਜਿਹੜੇ ਰਾਘਵ ਚੱਡਾ ਰਾਜ ਸਭਾ ਮੈਂਬਰ ਉਹਨਾਂ ਨੂੰ ਬਣਾਇਆ ਗਿਆ ਦਿੱਲੀ ਤੋਂ ਲਿਆ ਕੇ, ਅਤੇ ਉਹਨਾਂ ਦੇ PA ਨੂੰ ਵੀ 1 ਲੱਖ ਰੁਪਈਆ ਪ੍ਰਤੀ ਮਹੀਨਾ ਦੇ ਹਿਸਾਬ 'ਤੇ ਮੀਡੀਆ ਮੈਨੇਜਰ ਰੱਖਿਆ ਗਿਆ, ਉਹਨੂੰ ਵੀ ਚੰਗੀ ਤਨਖਾਹ ਦੇ ਰਹੇ। ਹਾਂ, ਉਹਨਾਂ ਨੂੰ ਚੰਗੀ ਤਨਖਾਹ ਦੇਣਗੇ ਕਿਉਂਕਿ ਬੰਦੇ ਇਹਨਾਂ ਦੇ ਆ, ਆਪਦੇ ਬੰਦੇ ਹੀ ਭਰਤੀ ਕਰਨੇ ਆ, ਬਾਹਰੋਂ ਕੋਈ ਬੰਦਾ ਨਹੀਂ ਐਂਟਰੀ ਕਰਨਗੇ। ਕਿਉਂਕਿ ਮੇਰੇ ਵਰਗੇ ਨੌਜਵਾਨ ਹੋਰ ਲੱਖਾਂ ਤੁਰੇ ਫਿਰਦੇ ਬੇਰੁਜ਼ਗਾਰ। ਇਹ ਲਈ ਕਿ ਮੈਂ ਕਹਿੰਦਾ ਮੈਨੂੰ ਵੀ ਰੁਜ਼ਗਾਰ ਮਿਲੇ, ਮੇਰੇ ਵਰਗੇ ਮੇਰੇ ਤੋਂ ਜ਼ਿਆਦਾ ਨੌਲੇਜ ਵਾਲੇ ਜ਼ਿਆਦਾ ਬੰਦੇ ਫਿਰਦੇ ਆ। ਹਾਲਾਂਕਿ ਨਹੀਂ, ਕਿਉਂਕਿ ਇਹਨਾਂ ਦਾ ਮੁੱਖ ਹੀ ਕਿੱਤਾ ਬਣ ਗਿਆ ਵੀ ਬਾਹਰੋਂ ਹੀ ਬੰਦੇ ਕਰਨੇ, ਫਿੱਟ ਕਰਨੇ ਆ, ਅਤੇ ਪੰਜਾਬ ਵਾਲੇ ਬਾਹਰ ਜਾ ਰਹੇ ਆ। ਮਜ਼ਦੂਰ ਬੰਦੇ ਨੇ ਇੱਕ MA ਕੀਤੀ ਆ, ਠੀਕ ਹੈ, ਅਤੇ ਮੈਨੂੰ ਪਤਾ ਹੀ ਮੈਂ ਪੱਲੇਦਾਰੀ ਕਰਕੇ, ਦਿਹਾੜੀ ਕਰਕੇ, ਲੇਬਰ ਕਰਕੇ, ਮੈਂ ਵੇਟਰ ਕਰਕੇ ਪੜ੍ਹਿਆ। ਅਤੇ ਕੀ ਲੱਗਦਾ ਮੈਂ ਆਉਣ ਵਾਲੇ ਜਿਹੜੇ ਬੱਚੇ ਛੋਟੇ ਭਤੀਜੇ ਉਹਨਾਂ ਨੂੰ ਕਹਿ ਸਕੂੰਗਾ ਵੀ ਤੁਸੀਂ ਪੜ੍ਹੋ ਬੱਚਿਓ? ਨਹੀਂ ਪੜ੍ਹਨਗੇ, ਕਿਉਂਕਿ ਉਹ ਆਪ ਮੇਰੇ ਲਈ ਇੱਕ ਸਵਾਲ ਪੈਦਾ ਕਰਨਗੇ ਕਿ ਆਪ ਤੁਸੀਂ MA ਕਰਕੇ ਕੀ ਕੀਤਾ। ਹੁਣ ਸੰਗਰੂਰ 'ਚ ਵੋਟਾਂ ਪੈ ਕੇ ਹਟੀਆਂ, ਉਹਨਾਂ ਨੇ ਤਾਂ ਆਪਦਾ ਪਤਾ ਸਾਫ਼ ਕਰਤਾ, ਚੱਕ ਕੇ ਸਿਮਰਜੀਤ ਮਾਨ ਨੂੰ ਜਿਤਾਤਾ। ਜੇ ਸਿਮਰਜੀਤ ਮਾਨ ਅਗਲੀ ਵਾਰੀ ਮੁੱਖ ਮੰਤਰੀ ਦੇ ਉਹਦੇ ਲਈ ਦਾਅਵੇਦਾਰ ਹੋ ਜਾਂਦੇ, ਬਰਾਬਰ ਖੜਦੇ ਭਗਵੰਤ ਮਾਨ ਦੇ, ਫਿਰ ਕਿਹਨੂੰ? ਫਿਰ ਦੇਖੋ ਜੀ, ਹੁਣ ਸਿਮਰਨ ਮਾਨ ਜੀ ਕੁਛ ਕਰਨਗੇ ਹੈ ਨਾ, ਉਹ ਤਾਂ ਆਪਦੇ ਇਲਾਕੇ 'ਚ ਕੁਛ ਕਰਨਗੇ, ਤਾਂ ਹੋ ਸਕਦਾ ਅਸੀਂ ਵੀ ਫਿਰ ਬਦਲਾਂਗੇ, ਸਾਨੂੰ ਵੀ ਬਦਲਣਾ ਪਊਗਾ ਜੇਕਰ ਇਹਨਾਂ ਨੇ ਨਾ ਕੁਛ ਬਦਲ। ਅਖਬਾਰਾਂ ਦੇ ਵਿੱਚ ਇਹ ਖਬਰ ਲੱਗੀ ਹੈ ਕਿ ਆਉਂਦੇ ਸਾਲ ਤੱਕ ਸਾਡੇ ਦੇਸ਼ ਦੀ ਆਬਾਦੀ ਚੀਨ ਨੂੰ ਪਛਾੜ ਦੂਗੀ, ਔਰ ਇਹ ਸਾਡੇ ਵਾਸਤੇ ਕੋਈ ਬਹੁਤੇ ਮਾਣ ਦੀ ਗੱਲ ਨਹੀਂ ਹੈ। ਆਬਾਦੀ ਦੇ ਮਾਮਲੇ 'ਚ ਅਸੀਂ ਨੰਬਰ 1 ਕਦੇ ਨਹੀਂ ਹੋਣਾ ਚਾਹੁੰਦੇ ਸੀ। ਸਾਡੀਆਂ ਸਰਕਾਰਾਂ, ਸਾਡੇ ਲੀਡਰ ਇਹ ਦਾਅਵਾ ਕਰਦੇ ਰਹੇ ਹੈ ਕਿ ਅਸੀਂ ਵਿਸ਼ਵ ਗੁਰੂ ਬਣਨਾ ਹੈ ਹੋਰਾਂ ਚੀਜ਼ਾਂ ਦੇ ਵਿੱਚ। ਇਸ ਮਾਮਲੇ 'ਚ ਸਾਨੂੰ ਅੱਗੇ ਵਧਣ 'ਤੇ ਕੋਈ ਬਾਹਲੀ ਖੁਸ਼ੀ ਦੀ ਗੱਲ ਨਹੀਂ, ਕਿਉਂਕਿ ਜਿਹੜੇ ਮੁਲਕ 'ਚ ਅਸੀਂ ਰਹਿੰਦੇ ਹਾਂ ਉੱਥੇ ਪਹਿਲਾਂ ਹੀ ਬੇਰੁਜ਼ਗਾਰੀ, ਭੁੱਖਮਰੀ ਦੀ ਬਹੁਤ ਵੱਡੀ ਸਮੱਸਿਆ ਹੈ। ਜਿੰਨੇ ਲੋਕ ਇੱਥੇ ਰਹਿ ਰਹੇ ਉਹੀ ਨਹੀਂ ਸੁਖੀ ਹੈਗੇ, ਔਰ ਅਗਰ ਅਸੀਂ ਹੋਰ ਇਸ ਮਾਮਲੇ ਦੇ ਵਿੱਚ ਅੱਗੇ ਵੱਧ ਜਾਂਗੇ, ਆਬਾਦੀ ਦੇ ਮਾਮਲੇ 'ਚ ਨੰਬਰ 1 ਹੋਣਾ ਸਾਡੇ ਲਈ ਕਦੇ ਵੀ ਕੋਈ ਮਾਣ ਵਾਲੀ ਗੱਲ ਨਹੀਂ ਹੋ ਸਕਦੀ। ਔਰ ਖਾਸ ਕਰ ਉਦੋਂ ਜਦੋਂ ਨੌਜਵਾਨ ਬੇਰੁਜ਼ਗਾਰੀ ਤੋਂ ਟੁੱਟ ਕੇ ਨਸ਼ਿਆਂ ਵਾਲੇ ਮਾਮਲੇ 'ਚ ਗੈਂਗਵਾਦ ਦੇ ਵਿੱਚ ਜਾਣੀ ਕਿ ਗਲਤ ਪਾਸੇ ਨੂੰ ਜਾ ਰਹੇ, ਵਿਦੇਸ਼ਾਂ ਨੂੰ ਵੀ ਪਲਾਇਨ ਕਰ ਰਹੀ ਹੈ ਸਾਡੀ ਨਵੀਂ ਪੀੜ੍ਹੀ। ਔਰ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚ ਇਹੋ ਜਿਹੀ ਖਬਰ ਆਉਣੀ ਹੋਰ ਚਿੰਤਾਜਨਕ ਜਿਹੜੀ ਗੱਲ ਹੈ। ਔਰ ਸਾਡੀਆਂ ਸਰਕਾਰਾਂ ਵੀ ਇਹਦੇ ਲਈ ਕੋਈ ਬਹੁਤੀਆਂ ਗੰਭੀਰ ਨਜ਼ਰ ਨਹੀਂ ਆ ਰਹੀਆਂ। ਇਹ ਉਸ ਤੋਂ ਵੀ ਵੱਡੀ ਸਮੱਸਿਆ ਹੈ। ਹੋਰ ਹੀ ਪਾਸੇ ਸਾਨੂੰ ਗਲਤ ਦਿਸ਼ਾ ਦੇ ਵਿੱਚ ਲਿਜਾਇਆ ਜਾ ਰਿਹਾ, ਸਾਨੂੰ ਮੁਫਤਖੋਰੀ ਵਾਲੇ ਪਾਸੇ ਨੂੰ ਪ੍ਰੇਰਿਤ ਕੀਤਾ ਜਾ ਰਿਹਾ। ਔਰ ਇਸ ਸਮੱਸਿਆ ਦੇ ਨਾਲ ਹੀ 2-4 ਹੁੰਦੇ ਇੱਕ ਨੌਜਵਾਨ ਜੋੜੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਦੋਨੋਂ ਪੋਸਟ ਗ੍ਰੈਜੂਏਟ ਆ, ਫਿਰ ਵੀ ਬੇਰੁਜ਼ਗਾਰੀ ਔਰ ਗਰੀਬੀ ਦੇ ਨਾਲ 2-4 ਹੁੰਦੇ ਹੋਏ ਆਪਦੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਆ, ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ। ਗੱਲਬਾਤ ਕਰਦੇ ਹਾਂ, ਤੁਹਾਨੂੰ ਮਿਲਾਉਣੇ ਅੱਜ। ਜਿਸ ਨੌਜਵਾਨ ਦੀ ਗੱਲ ਕਰ ਰਹੇ ਸੀ ਉਹ ਮੇਰੇ ਨਾਲ ਖੜਾ ਇਸ ਟਾਈਮ। ਬਾਈ, ਕਿੱਥੋਂ ਤੱਕ ਪੜ੍ਹਿਆ ਅਤੇ ਕਿਹੜੇ ਕਾਲਜ ਤੋਂ ਸਟੱਡੀ ਕੀਤੀ ਹੈ? ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਨਾਮ ਮਨਜੀਤ ਸਿੰਘ ਹੈ, ਪਿੰਡ ਰਾਜਣ, ਜ਼ਿਲ੍ਹਾ ਮੋਗਾ। ਪਹਿਲਾਂ +2 ਮੈਂ ਪਿੰਡ ਦੇ ਰਾਜਣ ਤੋਂ ਕੀਤੀ ਆ, ਉਸ ਤੋਂ ਬਾਅਦ BA ਸਰਕਾਰੀ ਬਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਆ। ਉਸ ਤੋਂ ਬਾਅਦ MA ਕੀਤੀ ਮੈਂ ਸਰਕਾਰੀ ਗੌਰਮੈਂਟ ਕਾਲਜ ਮੁਕਤਸਰ ਤੋਂ। ਹਾਂਜੀ ਬਈ, ਇੰਨਾ ਪੜ੍ਹ ਕੇ ਵੀ ਹੁਣ ਕੀ ਕੰਮ ਕਰ ਰਹੇ? ਹੁਣ ਕੀ ਕੰਮ ਕਰਨਾ ਜੀ, ਗੁਜ਼ਾਰਾ ਕਰਦੇ ਆ, ਬੇਰੁਜ਼ਗਾਰ ਆ। ਠੀਕ ਹੈ ਜੀ, ਚਲੋ ਜੋ ਵੀ ਕੰਮ ਹੁੰਦਾ ਬੰਦਾ ਹਰ ਇੱਕ ਕੰਮ 'ਤੇ ਹੀਲਾ ਕਰਦਾ ਪੇਟ ਪਾਲਣ ਲਈ। ਠੀਕ ਹੈ, ਚਲੋ MA ਕੀਤੀ ਆ। ਮੈਂ ਕਿਹਾ ਚਲੋ ਪੜ੍ਹ ਲਿਖ ਕੇ ਕੁਛ ਨਾ ਕੁਛ ਬਣ ਜਾਾਂਗੇ, ਕੁਛ ਨਾ ਕੁਛ ਆਉਣ ਵਾਲੀ ਪੀੜ੍ਹੀ ਲਈ ਮਤਲਬ ਬੱਚਿਆਂ ਲਈ ਜਾਂ ਕੁਛ ਨਾ ਕੁਛ ਭਵਿੱਖ ਬਣ ਜਾਊਗਾ। ਉਹਦੇ ਲਈ ਕੀ ਆ, ਸਰਕਾਰਾਂ ਦੇ ਮਤਲਬ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਰਕਾਰਾਂ ਕੁਛ ਨਹੀਂ ਕਰਦੀਆਂ। ਠੀਕ ਹੈ ਜੀ, ਮੇਰੇ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ PhD ਵਾਲੇ ਵੀ ਬੇਰੁਜ਼ਗਾਰ ਫਿਰਦੇ ਨੇ। ਅਤੇ ਮੈਨੂੰ ਤਾਂ ਕੀ ਆਸ ਆ, ਪਹਿਲਾਂ ਆਸ ਸੀਗੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ, ਉਹ ਤੋਂ ਬੜੀਆਂ ਉਮੀਦਾਂ ਆਸ ਲਾਈਆਂ, ਕਿਉਂਕਿ ਅਸੀਂ ਦਿਨ ਪਰ ਰਾਤ ਇੱਕ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਤਾਉਣ ਦੇ ਲਈ। ਠੀਕ ਹੈ, ਦਿਨ ਪਰ ਰਾਤ ਜਿਹੜੇ ਬੰਦੇ ਨਹੀਂ ਵੀ ਬੋਲਦੇ ਸੀ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਅੱਜ ਸਰਕਾਰ ਅਸੀਂ ਲੈ ਆਂਦੀ ਆ। ਠੀਕ ਹੈ, ਹਰ ਇੱਕ ਪਹਿਲ ਦੇ ਆਧਾਰ 'ਤੇ ਅਸੀਂ ਉਹਨੂੰ ਪੱਖ ਰੱਖਿਆ ਚੀਜ਼ ਦਾ। ਪਰ ਥੋੜ੍ਹੀਆਂ ਕੁ ਮੁਸ਼ਕਿਲਾਂ ਵਿੱਚ ਕੀ ਹੈਗੀ ਵੀ ਆਪਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਜਾਂ ਨਾ ਮਿਲਣ ਦਾ ਰੀਜ਼ਨ ਇਹ ਆ ਕਿਉਂਕਿ ਬਾਹਰਲੇ ਬੰਦੇ ਅੰਦਰ ਐਂਟਰ ਕਰੀ ਜਾਂਦੇ ਆ। ਬਾਹਰ ਦੇਸ਼ਾਂ ਵਿੱਚੋਂ ਮੰਨ ਲਾ ਬਿਹਾਰ, ਬੰਗਾਲ, ਯੂਪੀ, ਦਿੱਲੀ ਦੇ ਵਿੱਚੋਂ ਬੰਦੇ ਸਾਥ ਕਿ ਉਹਨਾਂ ਨੂੰ ਚੰਗੇ ਅਹੁਦੇ ਮਿਲ ਰਹੇ ਆ, ਚੰਗੀਆਂ ਪੋਸਟਾਂ ਮਿਲ ਰਹੀਆਂ, ਪੈਸਾ ਚੰਗਾ ਮਿਲ ਰਿਹਾ। ਹਾਲਾਂਕਿ ਪੰਜਾਬ ਦਾ ਕੁਛ ਨਹੀਂ ਹੋਊਗਾ। ਬਾਈ, ਤੁਸੀਂ ਕਿਹਾ ਵੀ ਅਸੀਂ ਭਗਵੰਤ ਮਾਨ ਨੂੰ ਜਿਤਾਉਣ ਦੇ ਲਈ ਜ਼ੋਰ ਲਾਇਆ, ਆਪਦੇ MLA ਨੂੰ ਜਾਣਦੇ ਹੋ, ਕਦੇ ਮਿਲੇ ਹੋ ਜਾਂ ਵੋਟਾਂ ਤੋਂ ਪਹਿਲਾਂ ਤੁਹਾਡੇ ਕੋਲੇ ਵੋਟ ਮੰਗਣ ਆਇਆ ਸੀ ਉਹ ਕਦੇ?
ਨਹੀਂ ਅਸੀਂ ਭਗਵੰਤ ਮਾਨ ਜੀ ਨੂੰ ਜਾਣਦੇ ਹਾਂ, ਹਾਲਾਂਕਿ ਐਮਐਲਏ ਨੂੰ ਨਹੀਂ ਜਾਣਦੇ, ਠੀਕ ਹੈ ਜੀ। ਹਾਲਾਂਕਿ ਮਿਲੇ ਵੀ ਨਹੀਂ ਆ, ਪਰ ਇੱਕ ਪਹਿਲਾਂ ਮੈਂ ਵੀਡੀਓ ਬਣਾਈ ਸੀ, ਉਹਦੇ ਵਿੱਚ ਮਿਲਣ ਦਾ ਮਤਲਬ ਮੈਂ ਉਹਦਾ ਰੱਖਿਆ ਸੀ ਵੀ ਮਿਲਣਾ ਚਾਹਣਾ, ਪਰ ਨਹੀਂ ਮਿਲਿਆ ਨਹੀਂ ਗਿਆ, ਕਿਉਂਕਿ ਮੂਹਰਲੇ ਬੰਦੇ ਨਹੀਂ ਮਿਲ ਦਿੰਦੇ। ਉਹਦੇ ਵਿੱਚ ਕੀ ਆ, ਅਸੀਂ ਅੱਜ ਵੀ ਭਗਵੰਤ ਮਾਨ ਜੀ ਨੂੰ ਆਸ ਉਮੀਦ ਰੱਖਦੇ ਹਾਂ ਵੀ ਉਹ ਕੁਝ ਕਰਨਗੇ ਪੰਜਾਬ ਲਈ, ਪਰ ਹਾਲਾਂਕਿ ਨਹੀਂ ਕਰਨਗੇ, ਕਿਉਂਕਿ ਜਿਹੜੇ ਪਿੱਛੇ ਬਥੱਲੇ ਬੰਦੇ ਆ ਉਹ ਨਹੀਂ ਕੁਝ ਕਰਨ ਦੇਣਗੇ, ਠੀਕ ਹੈ ਜੀ। ਅੱਛਾ, ਤੁਸੀਂ ਜ਼ਿਕਰ ਕੀਤਾ ਵੀ ਬਾਹਰਲੀਆਂ ਸਟੇਟਾਂ ਤੋਂ ਬੰਦੇ ਲਿਆ ਕੇ ਫਿੱਟ ਕੀਤੇ ਜਾ ਰਹੇ ਆ। ਹੁਣ ਦਾ ਕੋਈ ਪਤਾ ਵੀ ਆ ਜਿਹੜੀ ਤਾਜ਼ਾ ਘਟਨਾਕ੍ਰਮ ਹੈ ਪਿਛਲੇ ਕੁਝ ਦਿਨਾਂ 'ਚ ਬਾਹਰੋਂ ਬੰਦੇ ਲਿਆ ਕੇ ਕਿਹੜੇ ਇੱਥੇ ਫਿੱਟ ਕੀਤੇ? ਇਹ ਚੱਡਾ ਸਾਹਿਬ ਜੀ, ਤੇ ਮਤਲਬ ਹੋਰ ਕਈ ਮੰਤਰੀ ਆ ਛੋਟੇ ਛੋਟੇ ਅਹੁਦਿਆਂ ਤੇ ਲਾਏ ਹੋਏ ਆ, ਠੀਕ ਹੈ ਜੀ। ਜਿਹੜੇ ਰਾਘਵ ਚੱਡਾ ਰਾਜ ਸਭਾ ਮੈਂਬਰ ਉਹਨਾਂ ਨੂੰ ਬਣਾਇਆ ਗਿਆ ਦਿੱਲੀ ਤੋਂ ਲਿਆ ਕੇ, ਤੇ ਉਹਨਾਂ ਦੇ ਪੀਏ ਨੂੰ ਵੀ 1 ਲੱਖ ਰੁਪਈਆ ਪ੍ਰਤੀ ਮਹੀਨਾ ਦੇ ਹਿਸਾਬ ਤੇ ਮੀਡੀਆ ਮੈਨੇਜਰ ਰੱਖਿਆ ਗਿਆ, ਉਹਨੂੰ ਵੀ ਚੰਗੀ ਤਨਖਾਹ ਦੇ ਰਹੇ। ਹਾਂ, ਉਹਨਾਂ ਨੂੰ ਚੰਗੀ ਤਨਖਾਹ ਦੇਣਗੇ, ਕਿਉਂਕਿ ਬੰਦੇ ਇਹਨਾਂ ਦੇ ਆ, ਆਪਦੇ ਬੰਦੇ ਹੀ ਭਰਤੀ ਕਰਨੇ ਆ, ਬਾਹਰੋਂ ਕੋਈ ਬੰਦਾ ਨਹੀਂ ਐਂਟਰੀ ਕਰਨਗੇ, ਕਿਉਂਕਿ ਮੇਰੇ ਵਰਗੇ ਨੌਜਵਾਨ ਹੋਰ ਲੱਖਾਂ ਤੁਰੇ ਫਿਰਦੇ ਬੇਰੁਜ਼ਗਾਰ। ਇਹ ਲਈ ਕਿ ਮੈਂ ਕਹਿੰਦਾ ਮੈਨੂੰ ਵੀ ਰੁਜ਼ਗਾਰ ਮਿਲੇ, ਮੇਰੇ ਵਰਗੇ ਮੇਰੇ ਤੋਂ ਜ਼ਿਆਦਾ ਨੌਲੇਜ ਵਾਲੇ ਜ਼ਿਆਦਾ ਬੰਦੇ ਫਿਰਦੇ ਆ। ਹਾਲਾਂਕਿ ਨਹੀਂ, ਕਿਉਂਕਿ ਇਹਨਾਂ ਦਾ ਮੁੱਖ ਹੀ ਕਿੱਤਾ ਬਣ ਗਿਆ ਵੀ ਬਾਹਰੋਂ ਹੀ ਬੰਦੇ ਕਰਨੇ ਫਿੱਟ ਕਰਨੇ ਆ, ਤੇ ਪੰਜਾਬ ਵਾਲੇ ਬਾਹਰ ਜਾ ਰਹੇ ਆ, ਬਾਹਰ ਉਹ ਬੰਦੇ ਜਾ ਰਹੇ ਜਿਨ੍ਹਾਂ ਕੋਲ ਪੈਸਾ, ਠੀਕ ਆ, ਉਹ ਚੰਗੀ ਕੰਟਰੀ ਕੈਨੇਡਾ ਅਮਰੀਕਾ US ਜਿੱਥੇ ਮਰਜ਼ੀ ਜਾਣ। ਪਰ ਹਾਂ, ਕਹਿੰਦੇ ਜਿਹੜੇ ਨਵੇਂ ਬੰਦੇ ਆ ਉਹ ਭਰਤੀ ਕਰਨਗੇ, ਤੇ ਮੇਰਾ ਕਿ ਬੇਰੁਜ਼ਗਾਰ ਜਿਹਦੇ ਕੋਲ ਪੈਸਾ ਨਹੀਂ ਹੈ ਉਹ ਇੱਥੇ ਰਹਿਣਗੇ, ਕਿਉਂਕਿ ਬੇਰੁਜ਼ਗਾਰ ਕਿਉਂ ਹੋਣਗੇ, ਕਿਉਂਕਿ ਰੁਜ਼ਗਾਰ ਤਾਂ ਦੇਣਾ ਨਹੀਂ, ਇੱਕ ਆਸ ਬੈਠੀ ਹੈ ਵੀ ਸਾਨੂੰ ਰੁਜ਼ਗਾਰ ਮਿਲੂਗਾ, ਪਰ ਰੁਜ਼ਗਾਰ ਨਹੀਂ ਮਿਲੂਗਾ। ਅੱਛਾ, ਜਿਨ੍ਹਾਂ ਕੋਲੇ ਤਾਂ 4 ਰੁਪਈਏ ਹੈਗੇ ਆ, ਕੋਈ ਜ਼ਮੀਨ ਗਹਿਣੇ ਕਰਕੇ, ਕੋਈ ਵੇਚ ਕੇ, ਕੋਈ ਮਹਾਜਨ ਹੈ, ਕੋਈ ਕਿਸੇ ਵੀ ਕਿਸਮ ਦਾ ਜਿਹੜਾ ਪੈਸੇ ਜਿਹਦੇ ਕੋਲੇ ਹੈਗਾ 4 ਰੁਪਈਏ ਲਾ ਕੇ ਜਾਈ ਜਾਂਦਾ, ਤੁਹਾਨੂੰ ਛੋਟੀ ਕੰਟਰੀ ਜਾਣ ਦਾ ਮੌਕਾ ਮਿਲ ਜੇ, ਜਾਓਗੇ? ਮੌਕਾ ਪਹਿਲਾਂ ਤਾਂ ਮਿਲੂਗਾ ਨਹੀਂ, ਕਿਉਂਕਿ ਉਹਦੇ ਲਈ ਵੀ 2-3 ਲੱਖ ਰੁਪਏ ਚਾਹੀਦਾ। ਆਮ ਬੰਦੇ ਕੋਲ 2-3 ਲੱਖ ਰੁਪਏ ਨਹੀਂ ਹੋਊਗਾ। ਦਿਹਾੜੀਦਾਰ ਬੰਦੇ ਕੋਲ ਕੋਈ ਬੰਦਾ ਕਹਿ ਦੋ ਵੀ ਦਿਹਾੜੀ ਕਰਕੇ 2-3 ਲੱਖ ਰੁਪਏ ਜੋੜ ਲੂੰਗਾ, ਅਗਰ ਹਾਂ ਫਿਰ ਵੀ ਉਹ ਲੋਨ ਤੇ ਚੱਕ ਕੇ ਕਿਵੇਂ ਨਾ ਕਿਵੇਂ ਚੱਕ ਕੇ ਹਿੱਲਾ ਕਰਕੇ ਜਾਂਦਾ, ਬਾਈ ਚਾਂਸ ਉਹਦੇ ਨਾਲ ਕੋਈ ਘਟਨਾ ਵਾਪਰਦੀ ਆ ਬਾਹਰਲੇ ਮੁਲਕ ਦੇ ਵਿੱਚ ਜਾ ਕੇ, ਕਿਉਂਕਿ ਕੋਈ ਜਾਣਦਾ ਨਹੀਂ ਹੁੰਦਾ, ਠੀਕ ਹੈ। ਅੱਜ ਕੱਲ੍ਹ ਦੇ ਫਰੋਡ ਬਹੁਤ ਚੀਜ਼ਾਂ ਚੱਲ ਰਹੀਆਂ, ਏਜੰਟ ਕਹਿੰਦੇ ਕੁਛ ਹੋਰ ਆ, ਕਰਦੇ ਕੁਛ ਹੋਰ ਆ, ਠੀਕ ਹੈ ਜੀ। ਉੱਥੇ ਜਾ ਵੜਿਆ ਬੰਦਾ, ਉੱਥੇ ਕੌਣ ਜ਼ਿੰਮੇਦਾਰ ਆ? ਮੰਨ ਲਓ ਕੰਮ ਤੇ ਕੁਛ ਹੁੰਦਾ ਹੈਗਾ, ਰਾਹ ਦੇ ਵਿੱਚ ਕੋਈ ਘਟਨਾ ਵਾਪਰਦੀ ਆ, ਜਾਂ ਉਹਦੇ ਨਾਲ ਬਲੈਕਮੇਲ ਕੀਤਾ ਜਾਂਦਾ, ਉਹਨੂੰ ਕਿਸੇ ਚੀਜ਼ ਦੇ ਫਸਾਇਆ ਜਾਂਦਾ, ਬੰਦ ਰੂਮ ਦੇ ਵਿੱਚ ਵੀ ਕਮਰਿਆਂ 'ਚ ਵੀ ਰੱਖਿਆ ਜਾਂਦਾ। ਬਹੁਤ ਕੁੜੀਆਂ ਬਹੁਤ ਮੁੰਡੇ ਇੱਦਾਂ ਜਿਨ੍ਹਾਂ ਨਾਲ ਘਟਨਾ ਵਾਪਰਦੀਆਂ। ਹਾਲਾਂਕਿ ਮੈਂ ਨਹੀਂ ਚਾਹੁੰਦਾ ਵੀ ਬਣ ਜਾਣਾ ਚਾਹੀਦਾ, ਕਿਉਂਕਿ ਉੱਥੇ ਕੋਈ ਜ਼ਿੰਮੇਦਾਰ ਨਹੀਂ ਹੈ। ਕੱਲ੍ਹ ਨੂੰ ਫੇਰ ਸਾਨੂੰ ਮਿਹਨਤਾਂ ਕਰਨੀਆਂ ਪੈਣਗੀਆਂ, ਸਾਨੂੰ ਪੰਜਾਬ ਭੇਜੋ, ਵਾਪਸ ਬੁਲਾਓ। ਹਾਲਾਂਕਿ ਇੱਥੇ ਪੰਜਾਬ ਦੇ ਵਿੱਚ ਹੀ ਰਹਿਣਾ ਪਸੰਦ ਕਰਾਂਗੇ, ਤਾਂ ਰਹਿਣਾ ਪਸੰਦ ਕਰਾਂਗੇ ਜੇਕਰ ਸਾਨੂੰ ਰੁਜ਼ਗਾਰ ਮਿਲੂਗਾ। ਆਟਾ ਦਾਲ ਦੀ ਗੱਲ ਕਰ ਰਹੇ ਆ, ਆਟਾ ਕਣਕ ਤੋਂ ਆਟੇ 'ਤੇ ਆ ਗਏ, ਕਣਕ ਤੋਂ ਆਟੇ 'ਤੇ ਆ ਗਿਆ। ਮੈਂ ਨਹੀਂ ਚਾਹੁੰਦਾ ਵੀ ਹਰ ਇੱਕ ਨੂੰ ਆਟਾ ਦਿੱਤਾ ਜਾਵੇ, ਕਿਉਂਕਿ ਹਰ ਇੱਕ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾਵੇ, ਛੋਟਾ ਮੋਟਾ ਰੁਜ਼ਗਾਰ ਦਿੱਤਾ ਜਾਵੇ ਉਹਦੀ ਸਟੱਡੀ ਦੇ ਮੁਤਾਬਕ। ਇਹ ਨਹੀਂ ਵੀ ਮਤਲਬ ਥੋੜ੍ਹੀ ਸਟੱਡੀ ਹੈ ਤੁਹਾਨੂੰ ਜ਼ਿਆਦਾ ਉਹਦਾ ਦਿੱਤਾ ਜਾਵੇ, ਸਟੱਡੀ ਦੇ ਮੁਤਾਬਕ ਹੀ ਉਸ ਨੂੰ ਆਪਦਾ ਰੁਜ਼ਗਾਰ ਦਿੱਤਾ ਜਾਵੇ, ਹਾਲਾਂਕਿ ਉਸ ਪਰਸਨ ਆਪਦੇ ਘਰ ਦਾ ਗੁਜ਼ਾਰਾ ਕਰ ਸਕੇ। ਇਹ ਚੀਜ਼ ਹੈ। ਕੁੱਲ ਮਿਲਾ ਕੇ ਗੱਲ ਇਹ ਹੈ ਵੀ ਮੁਫਤਖੋਰੀ ਵਾਲੇ ਪਾਸੇ ਸਰਕਾਰਾਂ ਲੈ ਕੇ ਜਾ ਰਹੀਆਂ। ਆਮ ਆਦਮੀ ਪਾਰਟੀ ਨੇ ਕਿਹਾ ਸੀ ਵੀ ਅਸੀਂ ਬਦਲਾਅ ਕਰਨਾ, ਪਰ ਕੁਝ ਨਜ਼ਰ ਨਹੀਂ ਆ ਰਿਹਾ। ਇਹਨਾਂ ਦੇ ਕਹਿਣ ਦਾ ਜਿਹੜਾ ਮੋਟਾ ਸਾਰ ਤਾਂ ਉਹ ਨਿਕਲਦਾ। ਕਣਕ ਤੋਂ ਆਟੇ ਤੇ ਲਿਆਏ, ਹਾਲਾਂਕਿ ਆਟੇ ਦੀ ਮੰਗ ਕਿਸੇ ਨੇ ਨਹੀਂ ਰੱਖੀ ਸੀ ਭਗਵੰਤ ਮਾਨ ਦੇ ਸਾਹਮਣੇ, ਪਰ ਉਹ ਲੈ ਕੇ ਆ ਰਹੇ ਔਰ ਉਹਦੇ ਤੇ ਨਜਾਇਜ਼ ਖਰਚਾ ਵੀ ਹੋ ਰਿਹਾ। ਬਾਈ, ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਪਾਪਾ, ਮੰਮਾ ਦੀ ਡੈਥ ਹੋ ਗਈ ਆ। ਮੰਮਾ ਦੀ ਡੈਥ ਹੋਈ ਨੂੰ 7 ਮਹੀਨੇ ਹੋ ਗਿਆ, ਕੈਂਸਰ ਹੋ ਗਿਆ ਸੀ ਉਹਨਾਂ ਨੂੰ, ਠੀਕ ਹੈ। 8-9 ਲੱਖ ਰੁਪਇਆ ਲੱਗ ਗਿਆ ਸੀਗਾ, ਠੀਕ ਹੈ। ਕਾਰਡ ਕਿਵੇਂ ਕੀਤਾ ਫਿਰ? 8-9 ਲੱਖ ਰੁਪਇਆ ਆਪਣੇ ਕੋਲੇ ਤਾਂ ਜੇਬ 'ਚ ਤਾਂ ਹੁੰਦਾ ਨਹੀਂ ਕੋਲੇ ਇੰਨਾ ਪਿਆ। ਮੈਂ ਕਿਹਾ ਜੀ ਇਹ ਗਰੀਬ ਬੰਦੇ ਨੂੰ 8-9 ਲੱਖ ਰੁਪਇਆ ਦੇਖ ਕੇ ਚੱਕਰ ਆਉਂਦੇ ਆ, ਵੇਨਾ ਸੁਣ ਕੇ। ਹਾਲਾਂਕਿ ਬਹੁਤ ਕਰਜ਼ਾ ਸਿਰ ਚੜਿਆ ਮੇਰੇ ਤੇ, ਮੈਨੂੰ ਪਤਾ ਹੀ ਮੈਂ ਕਿਵੇਂ ਲਾ ਰਿਹਾ। ਹਾਲਾਂਕਿ ਮੈਥੋਂ ਲਊਗਾ ਨਹੀਂ ਸਾਰੀ ਉਮਰ 8-9 ਲੱਖ ਰੁਪਇਆ, ਕਿਉਂਕਿ ਰੁਜ਼ਗਾਰ ਹੀ ਹੈ ਨਹੀਂ ਆ, ਠੀਕ ਹੈ ਜੀ। ਕੋਲੇ ਮਤਲਬ ਪਹਿਲਾਂ ਮੈਂ ਕਿਹਾ ਚੱਲ 5 ਲੱਖ ਵਾਲਾ ਕਾਰਡ ਆ, ਉਹ ਬਣਵਾਇਆ, ਸ਼ਾਇਦ ਉਹ 'ਤੇ ਕੋਈ ਇਲਾਜ, ਉਹ 'ਤੇ ਕੋਈ ਹੱਲ ਨਹੀਂ ਹੋਇਆ ਜੀ, ਕਿਉਂਕਿ ਲੱਖਾਂ ਰੁਪਏ ਇਸ ਚੀਜ਼ ਦਾ ਬਿਮਾਰੀ ਬਹੁਤ ਪੈਸਾ ਖਾ ਗਈ ਆ। ਅਤੇ ਜਿਹੜੀਆਂ ਸਰਕਾਰ ਸਹੂਲਤਾਂ ਬਣਾਉਂਦੀ, ਕਾਰਡ ਬਣਾਉਂਦੀ ਹੈ, ਇਹ ਇਕੱਲਾ ਦਿਖਾਵੇ ਲਈ ਆ, ਇਹ ਕਿਸੇ ਲਈ ਸਹੂਲਤ ਨਹੀਂ ਮਿਲਦੀ। ਨਹੀਂ, ਤੁਸੀਂ ਦੱਸਿਆ ਵੀ ਮਾਤਾ ਨੂੰ ਕੈਂਸਰ ਹੋ ਗਿਆ ਸੀ ਨਾ, ਕੈਂਸਰ ਦਾ ਟ੍ਰੀਟਮੈਂਟ ਵੀ ਮਹਿੰਗਾ ਵੀ ਹੈ, ਤੁਸੀਂ ਦੱਸਿਆ ਵੀ 8 ਲੱਖ ਰੁਪਏ ਨੂੰ ਲਾ ਲਿਆ, ਕਰਜ਼ਾ ਵੀ ਸਿਰ ਚੜਾ ਲਿਆ। ਅਤੇ ਕਰਜ਼ਾ ਤਾਂ ਬਈ ਆਮ ਬੰਦੇ ਨੂੰ ਤਾਂ ਕਰਜ਼ਾ ਵੀ ਨਹੀਂ ਮਿਲਦਾ ਯਾਰ। ਹਾਂਜੀ, ਕਰਜ਼ਾ ਮਿਲਦਾ ਨਹੀਂ ਬਈ, ਮੈਨੂੰ ਪਤਾ ਮੈਂ ਕਿਵੇਂ ਕੀਤਾ। ਜਿਹੜੇ ਬੰਦੇ ਦਾ ਮੂੰਹ ਨਹੀਂ ਦੇਖਣਾ ਸੀਗਾ ਉਹਦੇ ਪਿੱਠ ਵੀ ਦੇਖਣੀ ਪੈਂਦੀ ਹੈ ਬਈ, ਕਿਉਂਕਿ ਇੱਕ ਮੁਸ਼ਕਿਲ ਬਣ ਗਈ, ਠੀਕ ਹੈ। ਬੜੀ ਮੁਸ਼ਕਿਲ ਦੇ ਨਾਲ ਮੈਂ ਇਲਾਜ ਕਰਵਾਇਆ, ਕਿਤੇ ਕਿਤੋਂ ਫੜ, ਕਿਤੇ ਕਿਤੋਂ ਫੜ। ਹਾਲਾਂਕਿ ਆਪਣੇ ਆਪ ਨੂੰ ਵੇਚਣ ਲਈ ਵੀ ਤਿਆਰ ਹੋ ਗਿਆ ਸੀਗਾ, ਵੀ ਇੰਨਾ ਜ਼ਿਆਦਾ ਕਰਜ਼ਾ ਪੈ ਗਿਆ ਸੀਗਾ। ਡਿਪਰੈਸ਼ਨ ਹੋ ਜਾਂਦਾ ਨਾ, ਕਿਉਂਕਿ ਪਰਿਵਾਰ ਦਾ ਇੱਕ ਮੈਂਬਰ ਔਰ ਖਾਸ ਤੌਰ 'ਤੇ ਜਦੋਂ ਇੱਕ ਭਾਵਨਾਤਮਕ ਰਿਸ਼ਤਾ ਹੁੰਦਾ ਮਾਂ ਅਤੇ ਪੁੱਤ ਦਾ, ਔਰ ਆਪਣੀ ਮਾਂ ਦੇ ਇਲਾਜ ਲਈ ਬੰਦਾ ਜਿੱਥੋਂ ਤੱਕ ਜਾ ਸਕਦਾ ਜਾਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ, ਦੋ ਰਾਵਾਂ ਨਹੀਂ। ਬਾਈ, ਕੰਮ ਦਾ ਆਪਾਂ ਜ਼ਿਕਰ ਕਰ ਰਹੇ ਸੀ ਸ਼ੁਰੂ 'ਚ, ਕੀ ਕੰਮ ਹੁਣ ਕੀ ਕਾਰੋਬਾਰ ਚਲਾਇਆ ਹੋਇਆ? ਸਹੀ ਸੀ ਦੱਸੋ। ਕੰਮ ਜੀ, ਪਹਿਲਾਂ ਮੈਂ ਚੰਡੀਗੜ੍ਹ ਸੀ, ਚੰਡੀਗੜ੍ਹੋਂ ਚਲੋ ਮਾਤਾ ਦੀ ਡੈਥ ਹੋਣ ਦੇ ਕਾਰਨ ਮੈਂ ਆ ਗਿਆ ਸੀਗਾ, ਠੀਕ ਹੈ। ਚੰਡੀਗੜ੍ਹ ਕੀ ਕੰਮ ਸੀਗਾ?
ਚੰਡੀਗੜ੍ਹ ਆ ਸਿਕਿਉਰਿਟੀ ਗਾਰਡ ਵਗੈਰਾ ਹੀ ਸੀਗੇ, ਕੋਈ ਜ਼ਿਆਦਾ ਜੱਜ ਦੀ ਕੋਰਸ ਤਾਂ ਹੈ ਨਹੀਂ ਸੀ ਵੀ ਚਲੋ ਇੰਨੀ ਸਟੱਡੀ ਆਪਣੀ ਜੱਜ ਦੀ ਨੌਕਰੀ ਮਿਲ ਜੂਗੀ। ਉਹਦੇ ਵਿੱਚ ਕੀ ਹੈ, ਚਲੋ ਮਾਤਾ ਦੇ ਅਧਰੰਗ ਹੋ ਗਏ, ਅਧਰੰਗ ਤੋਂ ਬਾਅਦ ਕੈਂਸਰ ਦਾ ਡਾਕਟਰ ਨੇ ਦੱਸਿਆ ਸਿਰ ਦਾ ਆਪਰੇਸ਼ਨ ਕਰਨਾ ਪਊਗਾ। ਮੈਂ ਕਿਹਾ ਸੀ ਵੀ ਚਲੋ ਆਪਰੇਸ਼ਨ ਨਾ ਕਰੋ, ਜੇ ਕੋਈ ਮਹਿੰਗੀ ਦਵਾਈ ਲਾ ਦਿਓ। ਉਹਨਾਂ ਨੇ ਕਿਹਾ ਵੀ ਆਪਰੇਸ਼ਨ ਕਰਨਾ ਪਊਗਾ ਤੇ 3-4 ਲੱਖ ਰੁਪਇਆ ਲੱਗ ਜੂਗਾ। ਚਲੋ ਮਾੜਾ ਬੰਦਾ ਸੋਚ ਸਕਦਾ, ਚਲੋ ਕਿਸੇ ਨਾ ਕਿਸੇ ਪਾਸੋਂ ਚਲੋ ਜ਼ਿੰਦਗੀ ਦਾ ਸਵਾਲ ਹੁੰਦਾ, ਮਾਪੇ ਕਿਹੜਾ ਹਰ ਇੱਕ ਬੰਦੇ ਨੂੰ ਮਿਲਦੇ ਆ, ਠੀਕ ਹੈ। ਉਹਦੇ ਵਿੱਚ ਕੀ ਆ, ਫਿਰ ਆਪਾਂ ਚੰਡੀਗੜ੍ਹੋਂ ਆਇਆ, ਇੱਕ ਫਰੂਟ ਦਾ ਕੰਮ ਚਲਾਇਆ ਮੈਂ। ਅੱਛਾ, ਫਰੂਟ ਦਾ ਕੰਮ ਉਹ ਪੱਲੇਦਾਰੀ ਕਰਦਾ ਰਿਹਾ ਜੀ, ਝੋਨਾ ਵੀ ਲਾਇਆ, ਠੀਕ ਹੈ ਜੀ। ਉਹਦੇ ਵਿੱਚ ਕੀ ਆ, ਫਰੂਟ ਦਾ ਕੰਮ ਦੇ ਵਿੱਚ ਘਾਟਾ ਪੈ ਗਿਆ। ਘਾਟਾ ਕਿਉਂ ਪੈ ਗਿਆ? ਮੈਂ ਕਿਹਾ ਚਲੋ ਮੈਂ ਲੋਨ ਦੇ ਫਾਰਮ ਭਰੇ ਸੀ ਵੀ ਲੋਨ ਵਗੈਰਾ ਮਿਲ ਜੂ ਸਰਕਾਰ ਦੀ ਸਰਕਾਰੀ ਬੈਂਕਾਂ ਦੇ ਵਿੱਚ। ਲੋ ਮਾੜੇ ਬੰਦੇ ਦੀ ਸੁਣਵਾਈ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੈ ਜੀ। ਇਸੇ ਕਰਕੇ ਕੀ ਹੁਣ ਆਪਦਾ ਦਿਹਾੜੀ ਦੱਪਾ ਕਰਦੇ ਆ ਜੀ। ਮਤਲਬ ਮਾਤਾ ਦਾ ਇਲਾਜ ਵੀ ਕਰਵਾਇਆ, ਆਪਣੇ ਕੋਈ ਸਿਹਤ ਸਹੂਲਤਾਂ ਦੇ ਮਾਮਲੇ 'ਚ ਵੀ ਕੋਈ ਆਪਣਾ ਜਿਹੜਾ ਸੂਬਾ ਹੈਗਾ ਜਾਂ ਆਪਣੇ ਹਸਪਤਾਲ ਹੈ ਬੜੇ ਵਧੇ ਨਹੀਂ, ਸਰਕਾਰੀ ਹਸਪਤਾਲਾਂ 'ਚੋਂ ਕਰਾਇਆ ਕਿ ਪ੍ਰਾਈਵੇਟ 'ਚ ਵੀ ਟੱਕਰਾਂ ਮਾਰੀਆਂ? ਨਹੀਂ, ਪ੍ਰਾਈਵੇਟ 'ਚ ਵੀ ਕਰਾਇਆ, ਸਰਕਾਰੀ 'ਚ ਤਾਂ ਕੋਈ ਸੁਣਦਾ ਨਹੀਂ ਹੈ। ਅਗਰ ਕਿਸੇ ਦਾ ਫੋਨ ਕਰਵਾਵਾਂਗੇ ਤਾਂ ਅਕਸਰ ਕਿਸੇ ਮੰਤਰੀ ਦੀ ਗੱਲ ਕਰਵਾਵਾਂਗੇ ਤਾਂ ਇਲਾਜ ਸ਼ੁਰੂ ਹੋ ਗਏ ਨੇ, ਅਦਰਵਾਈਜ਼ ਨਹੀਂ ਸੁਣਵਾਈ ਹੋਊਗੀ। ਸੁਣਵਾਈ ਕਿਸੇ ਦੀ ਨਹੀਂ ਹੈ। ਪ੍ਰਾਈਵੇਟ ਤੋਂ ਵੀ ਕਰਾਇਆ, ਫਰੀਦਕੋਟ ਮੈਡੀਕਲ ਦੇ ਵਿੱਚ ਵੀ ਇਲਾਜ ਚੱਲਦਾ ਰਿਹਾ। ਉੱਥੇ ਮਹਿੰਗੇ 43 ਹਜ਼ਾਰ ਦੇ ਟੀਕੇ, ਬਹੁਤ ਜ਼ਿਆਦਾ ਮਹਿੰਗਾ ਮੈਡੀਸਨ ਕਰਦਾ। ਮੈਨੂੰ ਹੀ ਪਤਾ ਜੀ, ਪਰਚੀਆਂ ਤੋਂ ਡਰ ਲੱਗਣ ਲੱਗ ਜਾਂਦਾ ਸੀ। ਹਰ ਇੱਕ ਡਾਕਟਰ ਦੀ ਕੋਈ ਪਰਚੀ ਹੁੰਦੀ ਸੀ। ਭਗਵੰਤ ਮਾਨ ਤੋਂ ਹੁਣ ਕੋਈ ਮਾੜੀ ਮੋਟੀ ਆਸ ਬਚੀ ਹੈ? ਹਰਾ ਪੈਨ ਲੱਗਦਾ ਵੀ ਕੋਈ ਬੇਰੁਜ਼ਗਾਰਾਂ ਵਾਸਤੇ ਚੱਲੂਗਾ? ਕਿਉਂਕਿ ਹੁਣ ਤੱਕ ਜਿੰਨਿਆਂ ਨੂੰ ਰੁਜ਼ਗਾਰ ਦਿੱਤੇ ਆਪਦੀ ਪਾਰਟੀ ਦੇ ਦਿੱਲੀੋਂ ਲਿਆ ਕੇ ਬੰਦੇ, ਰਾਘਵ ਚੱਡਾ ਕੀਤਾ, ਉਹਦਾ ਪੀਏ ਸੈੱਟ ਕਰਤਾ, ਹੋਰ ਬੰਦੇ ਜਿਹੜੇ ਰਾਜ ਸਭਾ ਮੈਂਬਰ ਵੀ ਭੇਜੇ ਉਹ ਵੀ ਬਾਹਰੋਂ ਲਿਆ ਕੇ ਸੈੱਟ ਕੀਤੇ। ਮੈਂ ਭਗਵੰਤ ਮਾਨ ਜੀ ਨੇ ਕਹਿਣਾ ਚਾਹੁੰਦਾ ਜੀ, ਥੋੜ੍ਹੀ ਜਿਹੀ ਥੱਲੇ ਤੋਂ ਦੇਖਣ। ਜਿਹੜੇ ਹੁਣ ਤਕੜੇ ਮਹਾਜਨ ਆ, ਜ਼ਿਮੀਂਦਾਰ ਆ, ਠੀਕ ਹੈ ਜੀ, ਬਾਣੀਏ, ਜਿਨ੍ਹਾਂ ਕੋਲ ਪੈਸਾ ਹੈਗਾ, ਉਹ ਬੰਦੇ ਦੀ ਸੁਣਵਾਈ ਹੈ। ਮਾੜੇ ਬੰਦੇ ਦੀ ਸੁਣਵਾਈ ਨਹੀਂ ਹੈ, ਗਰੀਬ ਬੰਦੇ ਦੀ ਸੁਣਵਾਈ ਨਹੀਂ ਹੈ, ਦਿਹਾੜੀਦਾਰ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ। ਪਲੀਜ਼ ਰਿਕਵੈਸਟ ਹੈ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ, ਜਿਤਾਇਆ, ਅਸੀਂ ਅੱਜ ਵੀ ਤੁਹਾਡੇ ਨਾਲ ਆ। ਇਹ ਨਹੀਂ ਮਤਲਬ ਹਟ ਗਏ ਆ, ਪਰ ਨਹੀਂ, ਜੇਕਰ ਇੱਦਾਂ ਹੀ ਸਿਸਟਮ ਰਿਹਾ ਸਾਨੂੰ ਵਿਦਰੋਹ ਕਰਨਾ ਪਊ ਇਸ ਚੀਜ਼ ਦਾ। ਅਤੇ ਸਾਨੂੰ ਆਸ ਉਮੀਦ ਹੈ ਥੋੜ੍ਹੀ ਬਹੁਤੀ, ਜੇ ਭਗਵੰਤ ਮਾਨ ਜੀ ਦੇਖਣ ਅਤੇ ਸੁਣਨ ਅਤੇ ਪਰਖਣ ਉਹ ਚੀਜ਼ ਨੂੰ, ਅਤੇ ਮਾੜੇ ਬੰਦਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ। ਇਹ ਚੀਜ਼ ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਜਿਹੜਾ ਅਸੀਂ ਫਰੂਟ ਦਾ ਕੰਮ ਸਟਾਰਟ ਕੀਤਾ ਸੀ, ਅਸੀਂ 2 ਬੰਦੇ ਰਲ ਕੇ ਸਟਾਰਟ ਕੀਤਾ ਸੀ। ਅਸੀਂ ਕਿਸੇ ਦਾ ਘਰ ਰੈਂਟ 'ਤੇ ਲਿਆ ਹੋਇਆ ਸੀ, ਕੋਈ ਨਹੀਂ ਰਹਿੰਦਾ ਸੀ। ਜਿਹੜਾ ਅਸੀਂ ਸਮਾਨ ਮਤਲਬ ਬਣਾਇਆ ਹੋਇਆ ਸੀਗਾ, ਉਹਦੇ ਵਿੱਚ ਕੀ ਹੈ, ਅਸੀਂ ਸਮਾਨ ਰੱਖ ਦਿੰਦੇ ਸੀਗੇ, ਚਲੋ ਘਰੇ ਆ ਕੇ ਬਾਕੀ ਸਮਾਨ ਲਿਆਉਂਦੇ। ਜਿਹੜਾ ਉੱਥੇ ਸਮਾਨ ਪਿਆ, ਕੰਡਾ ਵਗੈਰਾ ਜਾਂ ਹੋਰ ਚੀਜ਼ਾਂ ਬਣਾਈਆਂ, 15-20 ਹਜ਼ਾਰ ਦਾ ਸਮਾਨ ਬਣਾਇਆ। ਉਹ ਕੀ ਹੈ, ਇੱਕ ਨਸ਼ੇੜੀ ਬੰਦੇ ਪਤਾ ਨਹੀਂ ਕਿੱਥੋਂ ਆਏ, ਉਹ ਚੋਰੀ ਕਰਕੇ ਲੈ ਗਏ। ਹੁਣ ਕਿਸੇ ਦਾ ਨਾਮ ਨਹੀਂ ਲੈ ਸਕਦੇ ਵੀ, ਦਰਅਸਲ ਸਾਨੂੰ ਪਤਾ ਹੀ ਨਹੀਂ ਹੈ ਕਿਹੜਾ ਬੰਦਾ ਲੈ ਗਿਆ, ਪਰ ਇਹ ਕੰਮ ਮੈਨੂੰ ਜ਼ਰੂਰ ਲੱਗਦਾ ਨਸ਼ੇੜੀ ਬੰਦਿਆਂ ਦਾ ਕੰਮ ਹੋਊਗਾ, ਕਿਉਂਕਿ ਉੱਥੇ ਦਾ ਮਾਹੌਲ ਹੀ ਇੱਦਾਂ ਦਾ ਬਣਿਆ ਹੋਇਆ ਵੀ ਬੰਦੇ, ਹਰ ਇੱਕ ਬੰਦਾ ਸੋਚਦਾ। ਨਸ਼ਾ ਵੀ ਤਾਂ ਬੇਰੁਜ਼ਗਾਰੀ ਤੋਂ ਹੀ ਉਪਜਦਾ ਨਾ। ਜਿਹੜਾ ਬੰਦਾ ਬੇਰੁਜ਼ਗਾਰ ਆ ਉਹੀ ਗਲਤ ਰਾਹ 'ਤੇ ਜਾਊਗਾ। ਤੁਹਾਨੂੰ ਐ ਨਹੀਂ ਲੱਗਦਾ ਵੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਜਿਹੜੇ ਨੌਜਵਾਨਾਂ ਨੂੰ ਸਹੀ ਦਿਸ਼ਾ ਨਾ ਦੇ ਸਕਣਾ, ਸਿੱਖਿਆ ਵੀ ਸਾਡੀ ਸਹੀ ਨਹੀਂ ਹੈ ਔਰ ਰੁਜ਼ਗਾਰ ਵੀ ਨਹੀਂ ਹੈ, ਇਹ 2 ਕਾਰਨ ਉਹਦੇ ਕਰਕੇ ਨਸ਼ਾ, ਗੈਂਗਵਾਰ, ਜਿਹੜੀ ਲੜਾਈ ਝਗੜੇ ਹੁੰਦੇ ਉਸੇ ਕਰਕੇ। ਹਾਂਜੀ, ਗੈਂਗਵਾਰ ਇਹ ਬਣੂਗਾ ਬੰਦਾ, ਮੰਨ ਲਓ ਪੜ੍ਹਿਆ ਲਿਖਿਆ ਬੰਦਾ, ਉਹਨੂੰ ਕੋਈ ਰੁਜ਼ਗਾਰ ਨਹੀਂ ਹੈ, ਨਸ਼ਾ ਵੇਚ ਕੇ ਬੰਦੇ ਨੂੰ ਵਧੀਆ ਇਨਕਮ ਮਿਲਦੀ ਹੈ, ਪੈਸਾ ਬਣਦਾ ਗਾ, ਅਤੇ ਬੰਦਾ ਚੰਗੇ ਕੰਮ ਤੋਂ ਛੱਡ ਕੇ ਬੁਰੇ ਕੰਮ 'ਚ ਲੱਗੂਗਾ ਜੀ। ਇਮਾਨਦਾਰੀ ਨਾਲ ਦੱਸੀ, ਤੇਰਾ ਦਿਲ ਨਹੀਂ ਕਦੇ ਕੀਤਾ ਵੀ ਇੱਧਰਲੇ ਪਾਸੇ ਗਲਤ ਦਿਸ਼ਾ ਹੀ ਜਾ ਵੜੀਏ? ਕਦੇ ਦਿਮਾਗ 'ਚ ਖਿਆਲ ਨਹੀਂ ਆਏ, ਪੁੱਠੇ ਸਿੱਧੇ ਖਿਆਲ ਨਹੀਂ ਆਏ? ਨਹੀਂ, ਖਿਆਲ ਤਾਂ ਆਉਂਦੇ ਆ ਜੀ, ਬਾਅਦ ਇਹ ਚੀਜ਼ ਹੁੰਦਾ ਯਾਰ ਕਿਉਂ ਇਹ ਚੀਜ਼ ਹੈ ਨਾ, ਇੰਨਾ ਪੜ੍ਹਿਆ ਲਿਖ ਕੇ ਵੀ ਚਲੋ ਥੋੜ੍ਹੀ ਜਿਹੀ ਮਾਨਸਿਕ ਸ਼ਕਤੀ ਬੰਦੇ ਦਾ ਆਪਣੇ ਆਪ ਨੂੰ ਅੰਦਰੋਂ ਸੋਚਦਾ ਯਾਰ ਮੈਂ ਇਹ ਚੀਜ਼ ਕਰਾਂ, ਪਰ ਇਹ ਚੀਜ਼ਾਂ ਵੀ ਤਗੜੇ ਬੰਦੇ ਕਰ ਸਕਦੇ। ਇਹ ਚੀਜ਼ ਮਾੜੇ ਬੰਦੇ ਤਾਂ ਥੋੜ੍ਹੇ ਜਿਹੀ ਚੀਜ਼ 'ਤੇ ਫਸਾ ਦਿੰਦੇ ਆ। ਸੇ ਮੇਰੇ ਵਰਗਾ ਕਿਵੇਂ ਕਰ ਲੂਗਾ ਬਲੈਕ ਚੀਜ਼ 'ਤੇ? ਕਿਉਂਕਿ ਸਪੋਰਟ ਵੱਡੀ ਹੋਣੀ ਚਾਹੀਦੀ ਹੈ, ਵੱਡੀਆਂ ਸਪੋਰਟਾਂ ਫੇਰ ਹੀ ਕਿਤੇ ਜਾ ਕੇ ਨਸ਼ਾ ਵਗੈਰਾ ਆਉਂਦਾ ਜੀ। ਅੱਛਾ, ਪੋਸਟਾਂ ਵਗੈਰਾ ਭਰੀਆਂ ਆਪਦੀ ਯੋਗਤਾ ਦੇ ਮੁਤਾਬਕ, ਕਿਉਂਕਿ ਨਿਕਲਦੀਆਂ ਰਹਿੰਦੀਆਂ ਪ੍ਰਾਈਵੇਟ ਵੀ ਸਰਕਾਰੀ ਵੀ, ਟਰਾਈ ਮਾਰੀ ਹੈ ਕਦੇ? ਹਾਂਜੀ, ਬਹੁਤ ਭਰੀਆਂ ਜੀ, ਆਪਦੀ ਲੋੜ ਤੋਂ ਜ਼ਿਆਦਾ, ਮਤਲਬ ਇਨਕਮ ਤੋਂ ਜ਼ਿਆਦਾ ਤਾਂ ਮੈਂ ਖਰਚੇ ਇਹਨਾਂ 'ਤੇ ਕੀਤਾ ਆ। ਕਦੇ ਟੈਸਟ ਕਲੀਅਰ ਨਹੀਂ ਕਰਦੇ, ਨਹੀਂ ਕਦੇ ਰਿਜ਼ਲਟ ਨਹੀਂ ਕੱਢਦੇ, ਕਦੇ ਪੋਸਟਾਂ ਭਰ ਲੈਂਦੇ ਆ, ਬਾਅਦ 'ਚ ਕੋਈ ਰੋਲ ਨੰਬਰ ਨਹੀਂ ਕੱਢਦੇ। ਇਹ ਚੀਜ਼ ਕੀ ਹੈ, 1500 ਰੁਪਈਆ ਵੀ ਅਸੀਂ ਡੇਲੀ ਭਰਦੇ ਰਹੇ ਹਰ ਚੀਜ਼ ਦਾ, ਹਰ ਇੱਕ ਪੋਸਟ ਦੇ, ਜਿਹੜੀ ਮਤਲਬ ਨਾ ਕਿਸੇ ਦਾ ਕੋਈ ਬੈਨੀਫਿਟ। ਹਾਂ, ਫੀਸਾਂ ਮੋਟੀਆਂ ਜੀ ਇਹ ਚੀਜ਼ ਦਾ, ਅਤੇ ਇੱਕ ਆਮ ਬੰਦੇ ਲਈ 1200-1300 ਰੁਪਈਆ ਬਹੁਤ ਜ਼ਿਆਦਾ ਮਿਹਨੇ ਰੱਖਦਾ ਜੀ ਇਹ ਚੀਜ਼। ਅਤੇ ਹਰ ਇੱਕ ਚੀਜ਼ ਮਤਲਬ ਪੋਸਟ ਆਉਂਦੀ 400-500 ਤੋਂ ਘੱਟ ਕੋਈ ਨਹੀਂ ਹੁੰਦੀ, ਅਤੇ ਮੈਂ ਇੱਧਰ ਕੋਈ ਪੋਸਟ ਨਹੀਂ ਜਿਹੜੀ ਨਾ ਭਰੀ ਹੋਊਗੀ। ਤਰੀਕਾ ਕੀ ਲੱਗਦਾ ਆਮ ਤੌਰ 'ਤੇ? ਤੁਸੀਂ ਜਾਂਦੇ ਹੋ, ਟੈਸਟ ਦਿੰਦੇ ਹੋ, ਅਫਸਰਾਂ ਕੋਲੇ ਜਾਂਦੇ ਹੋ, ਇੰਟਰਵਿਊ ਵਗੈਰਾ ਦਾ ਗੱਲ ਪਹੁੰਚੀ ਕਦੇ? ਹਾਂਜੀ, ਇੰਟਰਵਿਊ ਗੱਲ ਪਹੁੰਚ ਜਾਂਦੀ, ਬਾਅਦ ਕੋਈ ਕਦੇ ਕਾਲ ਕਰਾਂਗੇ ਜਾਂ ਮੈਸੇਜ ਕਰਾਂਗੇ, ਕੋਈ ਚੀਜ਼ ਨਹੀਂ ਹੁੰਦੀ। ਵੇਟ ਬੰਦਾ ਫੋਨ 'ਤੇ ਕਰਦੇ ਗੱਲ, ਬੈਕ ਕਾਲ ਕਰਦੇ ਆ, ਵੇਟ। ਕੀ ਕਾਰਨ ਕੀ ਲੱਗਦਾ, ਕਿਉਂ ਨਹੀਂ ਬੁਲਾਉਂਦੇ? ਬਸ ਇਹ ਹੈ ਜੀ, ਰਿਸ਼ਵਤ ਚੱਲਦੀ ਹੈ। ਬੰਦੇ ਜਿਹੜੇ ਪੈਸੇ ਜਿਹਦੇ ਕੋਲ 4 ਛਿੱਲੜ ਵਾਲਾ ਦੇਖ ਲੈਂਦਾ ਵੀ ਇਹ ਪੈਸਾ ਭਰ ਸਕਦਾ, ਅਤੇ ਉਹ ਬੰਦੇ ਨੂੰ ਰੁਜ਼ਗਾਰ ਮਿਲ ਜਾਂਦਾ, ਜੋਬ ਮਿਲ ਜਾਂਦੀ। ਇਹ ਚੀਜ਼ ਬੈਸਟ ਹੈ। ਸਾਰੀ ਕਹਾਣੀ ਇੱਥੇ ਖੜੀ ਹੈ, ਪੈਸੇ 'ਤੇ ਖੜੀ ਹੈ। ਜੇ ਕੋਲ ਪੈਸਾ ਹੈ ਤਾਂ ਪੈਸਾ ਲਾ ਕੇ ਨੌਕਰੀ ਲੈ ਸਕਦੇ, ਨਹੀਂ ਤਾਂ ਨਹੀਂ। ਪੜ੍ਹਾਈ ਵੀ ਪੈਸੇ ਦੀ ਹੈ, ਚੰਗੀ ਪੜ੍ਹਾਈ ਵੀ ਨਹੀਂ ਕਰ ਸਕਦਾ ਬੰਦਾ ਨਾ, ਚੰਗੀ ਪੜ੍ਹਾਈ ਜੇ ਕਰ ਹੀ ਨਹੀਂ ਸਕਦੇ। ਹੁਣ ਮੇਰੇ ਅੱਗੇ ਗਰੀਬ ਆਦਮੀ ਹੈ ਜੀ, ਮਜ਼ਦੂਰ ਆ ਬੰਦੇ ਨੇ, ਇੱਕ MA ਕੀਤੀ ਆ, ਠੀਕ ਹੈ, ਅਤੇ ਮੈਨੂੰ ਪਤਾ ਹੀ ਮੈਂ ਪੱਲੇਦਾਰੀ ਕਰਕੇ, ਦਿਹਾੜੀ ਕਰਕੇ, ਲੇਬਰ ਕਰਕੇ, ਮੈਂ ਵੇਟਰ ਕਰਕੇ ਪੜ੍ਹਿਆ। ਅਤੇ ਕੀ ਲੱਗਦਾ ਮੈਂ ਆਉਣ ਵਾਲੇ ਜਿਹੜੇ ਬੱਚੇ, ਛੋਟੇ ਭਤੀਜੇ ਉਹਨਾਂ ਨੂੰ ਕਹਿ ਸਕੂੰਗਾ ਵੀ ਤੁਸੀਂ ਪੜ੍ਹੋ ਬੱਚਿਓ? ਨਹੀਂ ਪੜ੍ਹਨਗੇ, ਕਿਉਂਕਿ ਉਹ ਆਪ ਮੇਰੇ ਲਈ ਇੱਕ ਸਵਾਲ ਪੈਦਾ ਕਰਨਗੇ ਕਿ ਆਪ ਤੁਸੀਂ MA ਕਰਕੇ ਕੀ ਕੀਤਾ,
ਹਾਲਾਂਕਿ ਸ਼ਰਮਿੰਦਗੀ ਆਪਣੇ ਆਪ ਨੂੰ ਹੁੰਦੀ ਆ। ਉੱਥੇ ਰੇਹੜੀ ਲਾਈ ਸੀਗੀ ਫਰੂਟ ਦੀ ਰੇਹੜੀ, ਕੀ ਲੱਗਦਾ ਕਿ ਐਮਏ ਪਾਸ ਨੂੰ ਰੇਹੜੀ ਲਾਉਣੀ ਚਾਹੀਦੀ ਆ? ਨਹੀਂ ਚਾਹੁੰਦੀ। ਕਿਉਂ? ਕਿਉਂਕਿ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਹੁਣ ਮੇਰੇ ਤੇ ਕਰਜ਼ਾ ਮਾਤਾ ਦਾ 8 ਲੱਖ ਰੁਪਈਆ, ਮੈਨੂੰ ਪਤਾ ਵੀ ਮੈਂ ਕਿਵੇਂ ਲਾਉਣਾ, ਦਿਨ ਪਰ ਰਾਤ ਦਾ ਮੈਨੂੰ ਪਤਾ ਇਸ ਚੀਜ਼ ਦਾ। ਅੱਛਾ, ਤੁਸੀਂ ਆਪਦੇ ਕਹਿ ਰਹੇ ਹੋ ਵੀ ਐਮਐਲਏ ਨੂੰ ਤੁਸੀਂ ਕਦੇ ਮਿਲੇ ਨਹੀਂ ਹੈ, ਨੇੜੇ ਨਹੀਂ ਜਾਣ ਦਿੰਦੇ, ਜਿਹੜੇ ਮੂਹਰਲੇ ਬੰਦੇ ਲੱਗੇ ਹੋਏ ਆ ਨਾ, ਪਰ ਫਿਰ ਵੀ ਕਦੇ ਮੌਕਾ ਮਿਲੇ ਸਵਾਲ ਕਰਨ ਦਾ, ਭਗਵੰਤ ਮਾਨ ਦੇ ਸਾਹਮਣੇ ਖੜ੍ਹ ਕੇ ਕੋਈ ਮੰਤਰੀ ਆ ਜਾਂਦਾ, ਐਜੂਕੇਸ਼ਨ ਮਿਨਿਸਟਰ ਆ ਜਾਂਦਾ, ਜਾਂ ਤੁਹਾਡਾ ਐਮਐਲਏ ਤੁਹਾਨੂੰ ਕਿਤੇ ਟੱਕਰ ਜਾਂਦਾ, ਸਵਾਲ ਕਰਨੇ ਹੁਣ ਉਹਨੂੰ, ਕਿਹੜੇ ਕਿਹੜੇ ਮਨ 'ਚ ਸਵਾਲ ਹੈ, ਕਿਹੜੇ ਕਿਹੜੇ ਵਲਵਲੇ ਅੰਦਰ ਲਈ ਫਿਰਦੇ? ਨਹੀਂ, ਵਲਵਲੇ ਤਾਂ ਬਹੁਤ ਹੈ ਜੀ, ਮਤਲਬ ਪੜਾਸ ਤਾਂ ਬਹੁਤ ਚੀਜ਼ ਆ, ਪਰ ਉਹਨਾਂ ਨੂੰ ਵੀ ਪਤਾ ਇਹ ਚੀਜ਼ ਦਾ ਵੀ ਜਿਹੜੀ ਜਨਸੰਖਿਆ ਦੇਖ ਰਹੀ ਹੈ ਥੋੜ੍ਹੀ ਜੀ, ਮੁੰਡੇ ਪੜ੍ਹੇ ਲਿਖੇ ਸਬਰ ਆ ਵੀ ਚਲੋ ਕੁਝ ਕਰਨਗੇ। ਹਾਲਾਂਕਿ ਜੇ ਸਾਹਮਣੇ ਆਉਣ ਤਾਂ ਬਹੁਤ ਜ਼ਿਆਦਾ ਸਵਾਲ ਹੈ ਜੀ, ਰੱਖਾਂਗੇ ਮੂਹਰੇ, ਕੋਈ ਗੱਲ ਨਹੀਂ, ਕਿਤੇ ਮੌਕਾ ਮਿਲਿਆ ਤਾਂ। ਤੁਸੀਂ ਆਪ ਵੀ ਦੱਸਿਆ ਕਿਉਂਕਿ ਜ਼ਿਆਦਾਤਰ ਨੌਜਵਾਨ ਹੀ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਹੈ, ਤੁਰੇ ਫਿਰਦੇ ਰਹੇ ਆਪ ਮਾਰੇ, ਤੁਸੀਂ ਵੀ ਤੁਰੇ ਹੋ? ਹਾਂਜੀ, ਮੈਂ ਬਹੁਤ ਰਿਹਾ ਜੀ, ਕੋਲੋਂ ਖਰਚਾ ਵੀ ਕਰਦੇ ਰਹੇ ਆ। ਮਤਲਬ ਮੁੰਡਿਆਂ ਨੂੰ ਜਿਹੜੇ ਮਤਲਬ ਉਹ ਐਂਟੀ ਪਾਰਟੀ ਦੇ ਹੁੰਦੇ ਸੀ, ਹਰ ਇੱਕ ਬੰਦੇ ਨੂੰ ਕਹਿਣਾ ਯਾਰ ਕੋਈ ਗੱਲ ਨਹੀਂ ਬਦਲਾਅ ਲੈ ਕੇ ਆਓ। ਬਜ਼ੁਰਗਾਂ ਨੂੰ, ਕਿਉਂਕਿ ਕਈ ਬਜ਼ੁਰਗ ਹੁੰਦੇ ਅਸੀਂ ਪੀੜ੍ਹੀ ਦਰ ਉਹ ਚੀਜ਼ ਨੂੰ ਪਾਉਂਦੇ, ਕਾਂਗਰਸੀ ਅਕਾਲੀ ਅਸੀਂ ਇਹ ਚੀਜ਼ ਨੂੰ ਉਸ ਪਿੱਛੇ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਬਦਲਾਅ ਜ਼ਰੂਰ ਕੀਤਾ। ਆਮ ਆਦਮੀ ਪਾਰਟੀ ਦਾ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ, ਬਦਲਾਅ ਉਹੀ ਆਇਆ ਕਿ ਬਦਲਾਅ ਇਹਨਾਂ ਨੇ ਆਪਦੇ ਹਿਸਾਬ ਨਾਲ ਕੁਝ ਹੋਰ ਹੀ ਕਰਤਾ ਹੁਣ? ਨਹੀਂ, ਬਦਲਾਅ ਮੈਨੂੰ ਨਹੀਂ ਲੱਗਦਾ ਵੀ ਆਊਗਾ, ਨਾ ਹੀ ਆ ਸਕਦਾ, ਕਿਉਂਕਿ ਜੇ ਇਹ ਹਾਲਾਤ ਰਹੇ ਤਾਂ ਸਰਕਾਰ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਰੱਖਦੀ ਚੀਜ਼ ਦਾ। ਸਰਕਾਰ ਤੋਂ ਭਰੋਸਾ ਉੱਠ ਗਿਆ, ਹਾਂ ਉੱਠ ਜਾਣਾ ਜੀ, ਆਸ ਖਤਮ ਹੋ ਗਈ। ਆਸ ਖਤਮ ਹੁੰਦੀ ਜਾ ਰਹੀ ਹੈ। ਹਜੇ ਤਾਂ ਚਲੋ ਇਹਨਾਂ ਕੋਲ 5-6 ਮਹੀਨੇ ਦੇਖਦੇ ਕਿ ਕੁਛ ਕਰਨਗੇ ਕਿ ਨਹੀਂ ਕਰਨਗੇ, ਤੇ ਫਿਲਹਾਲ ਹਾਲਾਂਕਿ ਜਿੰਨਾ ਕੁ ਕੰਮ ਕੀਤਾ ਹੁਣ ਤਕਰੀਬਨ 3.5 ਮਹੀਨੇ 4 ਮਹੀਨੇ ਦੇ ਕਰੀਬ ਹੋ ਜਾਣਾ ਸਮਾਂ ਇਹਨਾਂ ਨੂੰ, ਸਰਕਾਰ ਬਣੀ ਨੂੰ 16 ਮਾਰਚ ਨੂੰ ਸਹੁੰ ਚੱਕੀ ਸੀ ਔਰ 16 ਜੁਲਾਈ ਆਉਣ ਵਾਲੀ ਹੈ, ਗਿਣਤੀ ਦੇ ਦਿਨ ਰਹਿ ਗਏ। ਕੋਈ ਆਸ ਉਮੀਦ ਬਚੀ ਹੈ ਭਗਵੰਤ ਮਾਨ ਤੋਂ? ਲੱਗਦਾ ਕਿ ਹੁਣੇ ਮਨ ਬਣਾ ਲਿਆ ਵੀ ਆ ਅਗਲੀ ਵਾਰੀ ਵੋਟ ਪਾਉਣੀ ਨਹੀਂ? ਨਹੀਂ, ਥੋੜ੍ਹੀ ਜਿਹੀ 100 ਦੇ ਵਿੱਚੋਂ 50% ਤਾਂ ਹੈਗੀ ਹੈ ਮਤਲਬ ਆਸ ਜੇ, ਕਿਉਂਕਿ ਆਪਾਂ ਜ਼ੋਰ ਬਹੁਤ ਲਾ ਚੁੱਕੇ ਜੀ, ਦਿਨ ਪਰ ਰਾਤ ਇੱਕ ਕੀਤਾ ਜੀ ਸਰਦਾਰ ਭਗਵੰਤ ਮਾਨ ਜੀ ਨੂੰ ਜਿਤਾਉਣ ਬਾਰੇ। ਠੀਕ ਹੈ ਜੀ, ਥੱਲਿਓ ਸੋਚਣ ਨਾ, ਭਗਵੰਤ ਮਾਨ ਜੀ ਜਾਂ ਛੋਟੇ ਐਮਐਲਏ ਆ, ਉਹ ਥੱਲਿਓ ਸੋਚਣ ਯਾਰ ਆਮ ਬੰਦਿਆਂ ਨੂੰ ਵੀ ਮਿਲਣਾ ਚਾਹੀਦਾ, ਗਰੀਬ ਘਰਾਂ ਨੂੰ ਵੀ ਹਾਲਾਤ ਦੇਖਣੇ ਚਾਹੀਦੇ ਨੇ। ਨਹੀਂ ਮਿਲਦੇ ਨਹੀਂ, ਇਹ ਤਾਂ ਸ਼ਿਕਾਇਤ ਮਿਲਦੀ ਵੀ ਹੈ, ਤਾਂ ਬਹੁਤ ਜਗ੍ਹਾ ਤੋਂ ਇਹ ਰਿਪੋਰਟ ਵੀ ਆਉਂਦੀ, ਸ਼ਾਇਦ ਉਹਨਾਂ ਤੱਕ ਵੀ ਪਹੁੰਚ ਗਈ ਹੈ ਵੀ ਜਿਹੜੇ ਐਮਐਲਏ ਹੈਗੇ ਆ ਉਹ ਆਮ ਲੋਕਾਂ ਤੋਂ ਦੂਰ ਹੋ ਗਏ, ਮਿਲਣੋਂ ਹਟ ਗਏ। ਪਰ ਜਿਹੜੇ ਸੰਗਰੂਰ ਵਾਲੇ, ਹੁਣ ਸੰਗਰੂਰ 'ਚ ਵੋਟਾਂ ਪੈ ਕੇ ਹਟੀਆਂ, ਉਹਨਾਂ ਨੇ ਤਾਂ ਆਪਦਾ ਪਤਾ ਸਾਫ਼ ਕਰਤਾ, ਚੱਕ ਕੇ ਸਿਮਰਜੀਤ ਮਾਨ ਨੂੰ ਜਿਤਾਤਾ। ਜੇ ਸਿਮਰਜੀਤ ਮਾਨ ਅਗਲੀ ਵਾਰੀ ਮੁੱਖ ਮੰਤਰੀ ਤੇ ਉਹਦੇ ਲਈ ਦਾਅਵੇਦਾਰ ਹੋ ਜਾਂਦੇ, ਬਰਾਬਰ ਖੜਦੇ ਭਗਵੰਤ ਮਾਨ ਦੇ, ਫਿਰ ਕਿਹਨੂੰ? ਫਿਰ ਦੇਖੋ ਜੀ, ਹੁਣ ਸਿਮਰਨ ਮਾਨ ਜੀ ਕੁਛ ਕਰਨਗੇ ਹੈ ਨਾ, ਉਹ ਤਾਂ ਆਪਦੇ ਇਲਾਕੇ 'ਚ ਕੁਛ ਕਰਨਗੇ, ਤਾਂ ਹੋ ਸਕਦਾ ਅਸੀਂ ਵੀ ਫਿਰ ਬਦਲਾਂਗੇ, ਸਾਨੂੰ ਵੀ ਬਦਲਣਾ ਪਊਗਾ ਜੇਕਰ ਇਹਨਾਂ ਨੇ ਨਾ ਕੁਛ ਬਦਲਿਆ। ਜਿਹੜਾ ਯੂਥ ਕੁਛ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸੀ, ਉਹੀ ਯੂਥ ਹੁਣ ਉਧਰ ਨੂੰ ਗਿਆ। ਬਸ ਇਹੀ ਕਮੀਆਂ ਜੀ, ਕਾਰਨ ਆ ਕਿਸੇ ਬੰਦੇ ਨੂੰ ਰੁਜ਼ਗਾਰ ਨਹੀਂ ਗਾ, ਚੰਗਾ ਕੰਮ ਨਹੀਂ ਮਿਲਦਾ। ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ, ਜੇਕਰ ਇੱਥੇ ਰੁਜ਼ਗਾਰ ਹੋ ਤਾਂ ਬਾਹਰ ਕੋਈ ਬੰਦਾ ਨਹੀਂ ਜਾਊਗਾ ਜੀ। ਇਹ ਸੋਚਣ ਵਾਲੀ ਗੱਲ ਹੈ, ਜਿਹੜਾ ਯੂਥ, ਜਿਹੜਾ ਨੌਜਵਾਨ ਕੁਛ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਲਈ ਦਿਨ ਰਾਤ ਜ਼ੋਰ ਲਾ ਰਹੇ ਸੀ, ਜਿਨ੍ਹਾਂ ਨੇ ਆਪ ਮੁਹਾਰੇ ਕੰਮ ਕੀਤਾ, ਦੂਜਿਆਂ ਕੋਲੇ ਜਾ ਕੇ, ਵਿਰੋਧੀਆਂ ਪਾਰਟੀਆਂ ਦੇ ਲੋਕਾਂ ਕੋਲੇ ਜਾ ਕੇ ਵੀ ਵੋਟਾਂ ਮੰਗੀਆਂ, ਜ਼ੋਰ ਲਾਇਆ ਸਿਰਫ ਭਗਵੰਤ ਮਾਨ ਦੇ ਨਾਂ ਤੇ, ਉਹੀ ਭਗਵੰਤ ਮਾਨ ਅੱਜ ਕੱਲ੍ਹ ਬੈਕਫੁੱਟ ਤੇ ਨਜ਼ਰ ਆ ਰਿਹਾ ਹੈ। ਉਹਨਾਂ 'ਤੇ ਹੀ ਐਲੀਗੇਸ਼ਨ ਲੱਗ ਰਿਹਾ ਕਿ ਇਹ ਦਿੱਲੀ ਤੋਂ ਬੰਦੇ ਲਿਆ ਕੇ ਉਹਨਾਂ ਨੂੰ ਸੈੱਟ ਕਰਤਾ, ਰਾਘਵ ਚੱਡੇ ਨੂੰ ਆਪਣੇ ਬਰਾਬਰ ਬਿਠਾ ਲਿਆ, ਸੁਪਰ ਸੀਐਮ ਬਣਾ ਲਿਆ, ਇਸ ਤਰ੍ਹਾਂ ਦੀ ਐਲੀਗੇਸ਼ਨ ਲੱਗ ਰਿਹਾ। ਇਹ ਸੋਚਣ ਦਾ ਸਮਾਂ ਹੈ, ਅਗਰ ਸਮਾਂ ਰਹਿੰਦੇ ਇਸੇ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਨੇ ਸਟੈਂਡ ਨਾ ਲਿਆ, ਆਪਣੇ ਪੰਜਾਬ ਦੇ ਨੌਜਵਾਨਾਂ ਦੇ ਲਈ ਸਟੈਂਡ ਨਾ ਲਿਆ, ਰੁਜ਼ਗਾਰ ਪੈਦਾ ਨਾ ਕੀਤੇ, ਔਰ ਜਿਹੜੀ ਵਿਗੜਦੇ ਹੋਏ ਹਾਲਾਤ ਆ ਉਹਨਾਂ 'ਤੇ ਕਾਬੂ ਨਾ ਪਾਇਆ, ਤਾਂ ਉਹ ਸਮਾਂ ਦੂਰ ਨਹੀਂ ਹੈ। ਇਹ ਲੋਕ ਇੱਕ ਵਾਰੀ ਫੇਰ ਬਦਲਾਅ ਲਿਆਉਣਗੇ, ਔਰ ਇਸ ਅਗਲਾ ਬਦਲਾਅ ਕਿਹੋ ਜਿਹਾ ਹੋਊਗਾ ਇਹਦਾ ਕਿਸੇ ਨੂੰ ਨਹੀਂ ਪਤਾ। ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ, ਔਰ ਮੈਂ ਗਗਨ ਲਖਾਰੀ, ਬਹੁਤ ਬਹੁਤ ਧੰਨਵਾਦ ਜੀ।